श्री वाहिगुरु जी। सतनाम श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच सज्जन सच्चा बादशाह सिर सांद साह जिस पास बैठिया सोहिया सबना दा विसाह। सतनाम श्री वाहिगुरु साहिब जी। सूही महला पहला। भांडा हच्छा सोय जो तिस भावसी। भांडा अत मलीन धोता हच्छा ना होए सी। गुरु द्वारा होए सोजी पाए सी। एत द्वारा धोए हच्छा होए सी। भांडा हच्छा सो। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जोगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दे पावन पवित्र हजूरी दे विच जुड़मन बैठी गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सूही महला पहला। इस शब्द दे विच सूही राग के अंदर धन धन सतगुरु पहले पातशाह श्री गुरु नानक देव जी महाराज
ਅੰਤਕਰਨ ਰੂਪ ਭਾਂਡੇ ਦੀ ਸ਼ੁੱਧਤਾ ਦਾ ਉਪਦੇਸ਼ ਵਰਣਨ ਕਰਦੇ ਇੰਜ ਫਰਮਾਉਂਦੇ ਹਨ। ਭਾਂਡਾ ਅੱਛਾ ਸੋਏ। ਇਹ ਭਾਈ ਉਹੀ ਅੰਤਕਰਨ ਰੂਪ ਭਾਂਡਾ ਸਵੱਛ ਸ਼ੁੱਧ ਹੈ, ਜੋ ਤਿਸ ਭਾਵ ਸੀ, ਜੋ ਤਿਸ ਵਾਹਿਗੁਰੂ ਨੂੰ ਭਾਉਂਦਾ ਹੈ। ਭਾਂਡਾ ਆਤਮ ਮਲੀਨ, ਜੋ ਅੰਤਕਰਨ ਰੂਪ ਭਾਂਡਾ ਵਿਕਾਰਾਂ ਪਾਪਾਂ ਦੀ ਮੈਲ ਕਰਕੇ ਅਤਿਅੰਤ ਹੀ ਮੈਲਾ ਹੈ। ਧੋਤਾ ਅੱਛਾ ਨਾ ਹੋਏ ਸੀ, ਉਹ ਤੀਰਥਾਂ ਦੇ ਜਲ ਜਾਂ ਸਕਾਮ ਕਰਮਾਂ ਰੂਪੀ ਜਲ ਦੇ ਨਾਲ ਧੋਤਿਆਂ ਜਾਂ ਬਾਹਰੋਂ ਸਰੀਰ ਨੂੰ ਧੋਣ ਨਾਲ ਸਵੱਛ ਸ਼ੁੱਧ ਨਹੀਂ ਹੁੰਦਾ ਹੈ। ਇਹ ਮਹਾਰਾਜ ਫਿਰ ਇਹ ਹਿਰਦਾ ਸ਼ੁੱਧ ਕਿਵੇਂ ਹੋਵੇਗਾ? ਤਾਂ ਗੁਰੂ ਸਾਹਿਬ ਉੱਤਰ ਬਖਸ਼ਦੇ ਨੇ, ਗੁਰੂ ਦੁਆਰਾ ਹੋਏ। ਗੁਰੂ ਸਾਹਿਬ ਜੀ ਦੇ ਦਰ 'ਤੇ ਹੋ ਕੇ ਜਾਂ ਗੁਰਾਂ ਦੇ ਦੁਆਰਾ ਭਾਵ ਅਨੁਸਾਰ ਹੋਣਾ ਕਰੇ, ਸੋਜੀ ਪਾਏ ਸੀ। ਤਾਂ ਹੀ ਇਸ ਅੰਤਕਰਨ ਰੂਪ ਭਾਂਡੇ ਨੂੰ ਧੋਣ ਦੀ ਸੂਝ ਪਾਉਣਾ ਕਰੀਦੀ ਹੈ। ਏਤ ਦੁਆਰਾ ਧੋਏ। ਇਹ ਭਾਈ ਅੰਤਕਰਨ ਰੂਪ ਭਾਂਡੇ ਨੂੰ ਇਸ ਭਾਵ ਗੁਰੂ ਦੇ ਦੁਆਰੇ 'ਤੇ ਜਾ ਕੇ ਗੁਰ ਉਪਦੇਸ਼ ਰੂਪ ਜਲ ਜਾਂ ਨਿਸ਼ਕਾਮ ਕਰਮਾਂ ਰੂਪ ਜਲ ਦੇ ਨਾਲ ਧੋਣਾ ਕਰੇ, ਅੱਛਾ ਹੋਏ ਸੀ। ਤਾਂ ਹੀ ਇਹ ਅੱਛਾ ਸ਼ੁੱਧ ਹੁੰਦਾ ਹੈ। ਮੈਲੇ ਹੱਛੇ ਕਾ ਵਿਚਾਰ, ਮੈਲੇ ਅਤੇ ਸ਼ੁੱਧ ਅੰਤਕਰਨ ਰੂਪ ਭਾਂਡਿਆਂ ਦਾ ਵਿਚਾਰ ਆਪ ਵਰਤਾਏ ਸੀ। ਪਰਮੇਸ਼ਰ ਆਪ ਹੀ ਵਰਤਾਉਂਦਾ ਹੈ। ਇਸੇ ਪ੍ਰਕਾਰ ਮੈਲੇ ਹੱਛੇ ਕਾ ਵਿਚਾਰ, ਮੈਲੇ ਪਾਪੀ ਪੁਰਖ ਅਤੇ ਪਵਿੱਤਰ ਪਾਪ ਪੁੰਨੀ ਪੁਰਖਾਂ ਦਾ ਜੋ ਵਿਚਾਰ ਨਿਰਣਾ ਹੈ ਪਰਮੇਸ਼ਰ ਆਪ ਹੀ ਵਰਤਾਉਂਦਾ ਹੈ। ਆਪ ਵਰਤਾਏ ਸੀ। ਆਪ ਹੀ ਮਹਾਰਾਜ ਉਹਨਾਂ ਦਾ ਨਿਰਣਾ ਵਰਤਾਉਂਦਾ ਹੈ। ਮਤ ਕੋ ਜਾਣੈ ਜਾਇ, ਇਹ ਮਤਾਂ ਕੋਈ ਜਾਣਨਾ ਕਰੇ ਅੱਗੇ ਪਾਏ ਸੀ। ਕਿ ਜਗਤ ਤੋਂ ਜਾ ਕੇ ਮਲੀਨ ਹਿਰਦੇ ਵਾਲਾ ਆਤਮਿਕ ਸੁੱਖ ਸੱਚਖੰਡ ਰੂਪ ਜਗ੍ਹਾ ਨੂੰ ਪਰਲੋਕ ਵਿੱਚ ਜਾ ਕੇ ਪਾ ਲਵੇਗਾ। ਇਸੇ ਪ੍ਰਕਾਰ ਮਤ ਕੋ ਜਾਣੈ ਜਾਇ, ਮਤਾਂ ਇਹ ਜਾਣੇ ਕਿ ਉਹ ਤੁਰੀਆ ਪਦ ਸਰੂਪ ਦੀ ਪ੍ਰਾਪਤੀ ਰੂਪ ਜਗ੍ਹਾ ਨੂੰ ਪਾਵੇਗਾ। ਭਾਵ ਅੱਗੇ ਪਾਏ ਸੀ। ਅੱਗੇ ਕੋਈ ਵੀ ਜਗ੍ਹਾ ਉਹਨੂੰ ਪ੍ਰਾਪਤ ਨਹੀਂ ਹੋ ਸਕੇਗੀ। ਇਹ ਕਰਮ ਕਮਾਈ, ਉਸ ਨੂੰ ਗੁਰਮਤਿ ਦੇ ਸਿਧਾਂਤ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਮਨੁੱਖ ਜਿਹੋ ਜਿਹੇ ਇਸ ਸੰਸਾਰ ਦੇ ਵਿੱਚ ਕਰਮ ਕਮਾਉਂਦੇ ਹਨ ਤੇਹਾ ਹੋਏ ਸੀ। ਉਹੋ ਜਿਹਾ ਹੀ ਮਨੁੱਖ ਅੱਗੇ ਪਰਲੋਕ ਵਿੱਚ ਜਾ ਕੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਹੈ ਜਾਂ ਹੋਵੇਗਾ। ਆਪੇ ਬੀਜ ਆਪੇ ਹੀ ਖਾਹੋ, ਜੇ ਵੇਹ ਕਰਮ ਕਮਾਵੰਦਾ ਤੇ ਵੇਹ ਫਲ ਤੇ। ਚੱਬੇ ਤਤਾ ਲੋਹ ਸਾਰ ਵੇ ਸੰਘੈ ਪਲ ਤੇ, ਘੱਤ ਗੁਲਾਮਾਂ ਚਾਲਿਆ ਗਲੇ ਤੋਂ ਫੜ ਕੇ। ਤੇ ਦੂਤ ਅਮਲ ਤੇ ਜਿਹੜੇ ਯਮਦੂਤ ਨੇ ਗਲੇ ਤੋਂ ਫੜ ਕੇ ਤੇ ਘੱਤ ਕੇ ਜਿਵੇਂ ਡੰਗਰ ਨੂੰ ਹਿੱਕੀਦਾ ਹੈ ਇਸ ਤਰ੍ਹਾਂ ਅੱਗੇ ਲਾ ਲੈਣਗੇ। ਕਾਈ ਆਸ ਨਾ ਪੁੰਨੀਆਂ ਨਿਤ ਪਾਰ ਮਲ ਹਿਰਤੇ, ਸਭੇ ਤੁਰਨ ਖੁੱਟੀਐਸ ਹਿਰ ਲਈਐਸ ਧਰਤੇ। ਤੇ ਇੰਜ ਉਹਦੀ ਕੋਈ ਆਸ ਪੂਰੀ ਨਹੀਂ ਹੁੰਦੀ। ਉਹ ਨਿਤਾ ਪ੍ਰਤੀ ਪਰਾਈ ਦੀ ਮੈਲ ਨੂੰ ਹੀ ਮੂੰਹ ਦੇ ਨਾਲ ਖਾਂਦੇ ਰਹਿੰਦੇ ਨਿੰਦਿਆ ਚੁਗਲੀ ਆਦਿਕ। ਤੋ ਇੰਜ ਜਿਸ ਤਰ੍ਹਾਂ ਦਾ ਕੋਈ ਕਰਮ ਜੀਵ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਫਲ ਉਸ ਨੂੰ ਭੋਗਣਾ ਪੈਂਦਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ।
ਜੇ ਸੱਜਾ ਹੱਥ ਕਰਮ ਕਰੇਗਾ ਉਹਦਾ ਫਲ ਸੱਜੇ ਨੂੰ ਹੀ ਮਿਲੇਗਾ, ਜੇ ਖੱਬਾ ਕਰੇਗਾ ਤਾਂ ਖੱਬੇ ਨੂੰ ਮਿਲੇਗਾ। ਇਹਨਾਂ ਰੱਬ ਦੇ ਘਰ ਵਿੱਚ ਨਿਆਂ ਹੈ। ਅੰਮ੍ਰਿਤ ਹਰਿ ਕਾ ਨਾਮ, ਜੋ ਹਰੀ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਹੈ, ਆਪ ਵਰਤਾਏ ਸੀ। ਉਸ ਨੂੰ ਆਪ ਹੀ ਗੁਰੂ ਰੂਪ ਹੋ ਕੇ ਵਰਤਾਉਂਦਾ ਹੈ। ਇਸੇ ਪ੍ਰਕਾਰ ਅੰਮ੍ਰਿਤ ਹਰਿ ਕਾ ਨਾਮ, ਆਪ ਵਰਤਾਏ ਸੀ। ਜਿਹੇ ਕਰਮ ਕਮਾਏ, ਜਿਵੇਂ ਕੋਈ ਖੇਤ ਵਾਹ ਕੇ ਸੰਵਾਰਿਆ ਹੋਵੇ ਤੇ ਉਹਦੇ ਵਿੱਚ ਚੰਗਾ ਬੀਜ ਪਾਇਆ ਜਾਵੇ ਤੇ 1000 ਗੁਣਾ ਫਲਦਾ ਹੈ। ਇੰਜ ਧਰਤੀ, ਇਹ ਸਰੀਰ ਧਰਤੀ ਹੈ, ਕਰਮ ਧਰਤੀ, ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਇਹ ਕਰਮਾਂ ਦੀ ਧਰਤੀ ਹੈ। ਸਰੀਰ ਰੂਪੀ ਧਰਤੀ ਦੇ ਵਿੱਚ ਜਿਸ ਤਰ੍ਹਾਂ ਦਾ ਹੀ ਕਰਮਾਂ ਦਾ ਬੀਜ ਬੀਜਦਾ ਹੈ, ਹੋਏ ਸੀ ਉਸੇ ਤਰ੍ਹਾਂ ਦਾ ਇਹਨੂੰ ਫਲ ਪ੍ਰਾਪਤ ਪਿੱਛੇ ਜੀਆਂ ਨੂੰ ਹੋਇਆ ਹੈ, ਹੁਣ ਹੋ ਰਿਹਾ, ਅੱਗੇ ਹੋਵੇਗਾ। ਇਹ ਜਾਂ ਜਿਹੜਾ ਹਿਰਦਾ ਹੈ ਇਹ ਖੇਤ ਦੀ ਤਰ੍ਹਾਂ ਹੈ, ਜ਼ਮੀਨ ਦੀ ਤਰ੍ਹਾਂ ਹੈ, ਅਤੇ ਸ਼ੁਭ ਗੁਣਾਂ ਦੇ ਸਹਿਤ ਜਿਹੜਾ ਸੰਵਾਰਿਆ ਹੋਇਆ ਹੈ ਉਹਦੇ ਵਿੱਚ ਪਰਮੇਸ਼ਰ ਅੰਮ੍ਰਿਤ ਹਰਿ ਕਾ ਨਾਮ, ਆਪ ਗੁਰੂ ਰੂਪ ਹੋ ਕੇ ਨਾਮ ਅੰਮ੍ਰਿਤ ਦਾ ਬੀਜ ਵਰਤਾਉਂਦਾ, ਭਾਵ ਬੀਜਦਾ ਹੈ। ਆਪ ਵਰਤਾਏ ਸੀ, ਅੰਮ੍ਰਿਤ ਦਾ ਬੀਜ ਆਪ ਵਰਤਾਉਂਦਾ ਹੈ, ਛੱਟਾ ਮਾਰਦਾ ਹੈ, ਅਤੇ ਉਹ ਬੀਜਿਆ ਹੋਇਆ ਬੀਜ ਹਿਰਦੇ ਦੇ ਵਿੱਚ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, 1000 ਗੁਣਾ ਫਲਦਾ ਹੈ। ਚੱਲਿਆ ਪਦ ਸਿਓ ਜਨਮ ਸਵਾਰ, ਜੋ ਪੁਰਸ਼ ਇਹ ਨਾਮ ਅੰਮ੍ਰਿਤ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ ਉਹ ਇਹ ਆਪਣਾ ਮਨੁੱਖਾ ਜਨਮ ਸੰਵਾਰ ਕੇ ਇੱਜ਼ਤ ਦੇ ਨਾਲ ਪਰਲੋਕ ਨੂੰ ਤੁਰਿਆ ਹੈ। ਵਾਜਾ ਵਾਏ ਸੀ, ਪਰ ਉਹਦਾ ਜਸ ਰੂ ਵਾਜਾ ਲੋਕ ਪਰਲੋਕ ਦੇ ਵਿੱਚ ਵੱਜਦਾ ਹੈ। ਜਾਂ ਜੋ ਨਾਮ ਰੂ ਵਾਜਾ ਵਜਾਉਂਦਾ ਉਹ ਆਪਣੇ ਜਨਮ ਨੂੰ ਸੰਭਾਲ ਕੇ ਇੱਜ਼ਤ ਦੇ ਸਹਿਤ ਪਰਲੋਕ ਨੂੰ ਚਲਿਆ ਜਾਂਦਾ ਹੈ। ਮਾਨਸ ਕਿਆ ਵਿਚਾਰਾ, ਇਹ ਮਨੁੱਖ ਨਿਤਾਣਾ ਕੀ ਹੈ, ਜਾਂ ਇਹ ਮਨੁੱਖ ਉਸ ਇੱਜ਼ਤ ਸਹਿਤ ਜਾਣ ਵਾਲੇ ਦੀ ਕੀ ਸਿਫਤ ਵਡਿਆਈ ਕਰ ਸਕਦਾ ਹੈ। ਤਿਹੋ ਲੋਕ ਸੁਣਾਏ ਸੀ, ਪਰਮੇਸ਼ਰ ਨੇ ਤਾਂ ਤਿੰਨਾਂ ਲੋਕਾਂ ਵਿੱਚ ਹੀ ਉਹਦੀ ਵਡਿਆਈ ਜਸ ਰੂ ਵਾਜੇ ਨੂੰ ਸੁਣਾ ਦਿੱਤਾ ਜਾਂ ਸੁਣਾਵੇਗਾ। ਨਾਨਕ ਆਪ ਨਿਹਾਲ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਐਸਾ ਮਨੁੱਖ ਆਪ ਵੀ ਆਨੰਦ ਪ੍ਰਸੰਨ ਹੋ ਜਾਵੇਗਾ। ਸਭ ਕੁਲ ਤਾਰਸੀ, ਅਤੇ ਆਪਣੀਆਂ ਸਾਰੀਆਂ ਕੁਲਾਂ ਮੰਸ਼ਾਂ ਨੂੰ ਵੀ ਤਾਰ ਲਵੇਗਾ ਜਾਂ ਤਾਰ ਲੈਂਦਾ ਹੈ। ਸੂਹੀ ਮਹੱਲਾ ਪਹਿਲਾ, ਸੂਹੀ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇਹ ਅਗਲਾ ਸ਼ਬਦ ਉਚਾਰ ਰਹੇ ਹਨ। ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਸ ਵੱਖੋ ਵੱਖਰੇ ਮਤਾਂ ਵਾਲੇ ਪ੍ਰਸ਼ਨ ਕਰਿਆ ਕਰਦੇ ਸਨ। ਇੱਕ ਵਾਰ ਇਹ ਕਰਮਕਾਂਡੀ ਜੋਗੀ ਤਪੀਆ ਅਤੇ ਇੱਕ ਤੀਰਥ ਯਾਤਰੂ ਆਇਆ। ਇਹਨਾਂ ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਪਰ ਨਮਸਕਾਰ ਕਰਕੇ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਸਤਿਗੁਰੂ ਜੀ ਨੇ ਕਰਮਕਾਂਡੀ ਨੂੰ, ਜੋਗੀ ਨੂੰ ਅਤੇ ਤਪਸਵੀ ਨੂੰ ਅਤੇ ਤੀਰਥ ਯਾਤਰੂ ਨੂੰ ਸਿੱਖਿਆ ਦੇਣ ਲਈ ਇਹ ਪਾਵਨ ਸ਼ਬਦ ਉਚਾਰਿਆ। ਇੱਕੋ ਸ਼ਬਦ ਜੀ ਸਾਰਿਆਂ ਦਾ ਨਿਬੇੜਾ ਕਰਦੇ ਨੇ। ਜੋਗੀ ਹੋਵੈ ਜੋਗ ਵੈ, ਇਹ ਭਾਈ ਜੋ ਯੋਗ ਦੇ ਤਾਈਂ ਕਰਨ ਵਾਲਾ ਹੁੰਦਾ ਹੈ ਉਹ ਯੋਗਾ ਅਭਿਆਸ ਕਰਦਾ ਹੈ। ਭੋਗੀ ਹੋਵੈ ਖਾਇ, ਅਤੇ ਜੋ ਮੇਰੇ ਵਰਗਾ ਖਾਣ ਵਾਲੀ ਧਿਆਨ ਰੱਖਦਾ ਹੈ, ਕਦੀ ਕੁਛ ਖਾ ਲਿਆ ਕਦੀ ਕੁਛ ਪੀ ਲਿਆ, ਪਦਾਰਥਾਂ ਦੇ ਭੋਗਣ ਵਾਲਾ ਜਿਹੜਾ ਹੁੰਦਾ
ਰੱਬ ਉਹਨੂੰ ਅਨੇਕ ਤਰ੍ਹਾਂ ਦੇ ਪਦਾਰਥ, ਕਦੀ ਲੱਡੂ, ਕਦੀ ਜਲੇਬੀਆਂ, ਕਦੀ ਬਰਫੀ, ਕਦੀ ਦੁੱਧ, ਕਦੀ ਸ਼ੇਕ, ਕਦੀ ਕੁਛ ਕਦੀ ਕੁਛ, ਅਤੇ ਦਈ ਵੀ ਜਾਂਦਾ ਹੈ ਮਹਾਰਾਜ। ਖਾਣ ਵਾਲੇ ਮੇਰੇ ਵਰਗੇ ਖਾਈ ਜਾਂਦੇ ਨੇ, ਡਕਾਰ ਮਾਰਿਆ ਅਤੇ ਚਲੋ ਮੇਰੇ ਭਾਈ, ਪੇਟ 'ਤੇ ਹੱਥ ਫੇਰਿਆ, ਆਹਾ ਹਾ ਹਾ, ਨਾ ਵਾਹਿਗੁਰੂ, ਨਾ ਸਤਨਾਮ, ਨਾ ਜਪਜੀ ਸਾਹਿਬ, ਨਾ ਕੋਈ ਚੌਪਈ ਸਾਹਿਬ, ਨਾ ਕੋਈ ਕਥਾ, ਨਾ ਕੀਰਤਨ, ਨਾ ਕੋਈ ਸਤ ਸੰਗਤ। ਦੱਸੋ, ਮਹਾਰਾਜ ਨੇ ਤਾਂ ਆਪਦਾ ਫਰਜ਼ ਨਿਭਾ ਦਿੱਤਾ, ਸਾਨੂੰ ਬੰਦਾ ਬਣਾ ਕੇ ਦੁਨੀਆ ਵਿੱਚ ਭੇਜ ਦਿੱਤਾ, ਗੁਰਦੁਆਰੇ ਦੇ ਦਰਸ਼ਨ ਕਰਾਤੇ, ਪੰਜਾਬੀ ਬੋਲੀ ਸਿਖਾਤੀ, ਅਤੇ ਫਿਰ ਵੀ ਜੇ ਬਾਣੀ ਨਹੀਂ ਬੜੀ, ਖਾ ਪੀ ਕੇ ਅਤੇ ਮੌਜ ਮਸਤੀ ਮਾਣਦੇ ਰਹੇ, ਫਿਰ ਤਾਂ ਆਪ ਦਾ ਹੀ ਕਸੂਰ ਹੈ, ਫਿਰ ਤਾਂ ਕਰਮਾਂ ਦਾ ਕੋਈ ਕਸੂਰ ਨਹੀਂ ਹੈ। ਮਹਾਰਾਜ ਕਹਿੰਦੇ ਨੇ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਜੇ ਸਵਾਰੀਆ ਅਤੇ ਜੜ ਵੀ ਫਿਰ ਪੁੱਟੀਏ। ਜਿਹੜੇ ਤਾਂ ਗੁਰਮੁਖ ਨੇ ਉਹ ਤਾਂ ਕਾਜ ਸਵਾਰੀ ਜਾਂਦੇ ਨੇ ਆਪਦੇ ਹੱਥੀਂ, ਆਪਦੀ ਭਗਤੀ ਦਾ, ਅਤੇ ਜਿਹੜੇ ਨਹੀਂ ਕਰਦੇ ਅਤੇ ਉਹ ਫਿਰ ਆਪਦੇ ਹੱਥੀਂ ਜੜ ਪੁੱਟਣ ਦੀ ਤਰ੍ਹਾਂ ਆਪਦਾ ਜੀਵਨ ਖੁਦ ਆਪ ਵਿਗਾੜੀ ਜਾਂਦੇ ਹਨ। ਇੱਕ ਦਿਨ ਫਿਰ ਐਸਾ ਆਊਗਾ, ਡਾਕਟਰ ਕਹਿਣਗੇ ਭਾਈ ਜੇ ਰੱਬ ਨੇ ਦਿੱਤਾ ਹੈ ਅਤੇ ਦੂਜੇ ਨੂੰ ਵੰਡ ਦਿਓ, ਤੁਸੀਂ ਖਾਧਾ ਅਤੇ ਤੁਹਾਡੇ ਲਈ ਜ਼ਹਿਰ ਹੈ। ਮਤਲਬ ਬਿਮਾਰ ਬੰਦੇ ਵਾਸਤੇ ਉਹੀ ਘਿਓ ਜਿਹੜਾ ਆਮ ਇਨਸਾਨ ਨੂੰ ਤਾਕਤ ਦਿੰਦਾ ਹੈ, ਉਹਦੇ ਲਈ ਉਹ ਜ਼ਹਿਰ ਬਣ ਜਾਂਦਾ। ਮਾਫ਼ ਕਰਨਾ। ਸੋ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਕਸਮ ਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਏਕੋ ਨਾਮ ਤੇ ਆਵੋ, ਆਪਣੀ ਪਤ ਛੇਤੀ ਘਰ ਜਾਵੋ। ਜਿਹੜਾ ਪਦਾਰਥਾਂ ਦੇ ਭੋਗਣ ਵਾਲਾ ਹੁੰਦਾ, ਰੱਬ ਦਿੰਦਾ ਹੈ ਦੇਣ ਵਾਲਾ, ਉਹ ਅਨੇਕ ਤਰ੍ਹਾਂ ਦੇ ਪਦਾਰਥ ਖਾਈ ਹੋਈ ਖਾਈ ਜਾਂਦਾ ਹੈ। ਇਹ ਨਹੀਂ ਵੀ ਦੂਜੇ ਨੂੰ ਵੰਡ ਕੇ, ਦੂਸਰੇ ਨੂੰ ਦੇ ਕੇ ਹਿੱਸੇ ਆਉਂਦਾ ਖਾਓ। ਕਿਉਂ ਲਾਲਚ ਦੇ ਵਿੱਚ ਆਪ ਦਾ ਵੀ ਸਰੀਰ ਖਤਮ ਹੋ ਜਾਂਦਾ, ਰੱਬ ਵੱਲੋਂ ਵੀ ਬੰਦਾ ਝੂਠਾ ਪੈਂਦਾ ਹੈ। ਕਹਿੰਦੇ ਜੋ ਪ੍ਰਸਾਦ ਕੋ ਬਾਂਟ ਹੈ, ਮਨ ਮੇ ਧਾਰੈ ਲੋਭ। ਪਿਛਲੇ ਸਮਿਆਂ 'ਚ ਉਹ ਵਿਆਹਾਂ ਸ਼ਾਦੀਆਂ 'ਤੇ ਅੱਜ ਕੱਲ੍ਹ ਤਾਂ ਕੇਟਰਿੰਗ ਹੈ, ਕੇਟਰਿੰਗ। ਉਹ ਪਿੱਛੇ ਨਾਈ ਹੁੰਦੇ ਸੀ ਗੁਰਮੁਖ ਪਿਆਰੇ, ਅਤੇ ਉਹਨਾਂ ਮੁੱਠ ਭਰਨੀ ਅਤੇ 5 ਬੰਦਿਆਂ ਨੂੰ ਇੱਕੋ ਹੀ ਮੁੱਠੀ 'ਚ ਥੋੜ੍ਹਾ ਥੋੜ੍ਹਾ, ਜਿਸ ਤਰ੍ਹਾਂ ਨਿਆਣਿਆਂ ਨੂੰ ਵਰਚਾਈਦਾ। ਕਿਉਂ ਭਲਾ? ਵੀ ਸਾਡੇ ਲਈ ਮੁੜ ਕੇ ਜਿਹੜਾ ਟਾਪਾ ਭਰ ਕੇ ਲੈ ਕੇ ਜਾਣਾ ਉਹ ਕਿਤੇ ਥੁੜ ਨਾ ਜਾਏ। ਆਪ ਦਾ ਹੀ ਲਾਲਚ ਕਰੀ ਜਾਣਾ, ਵਰਤਾਉਣ ਲੱਗਿਆਂ ਸੁੰਘ ਕੇ ਵਰਤਾਉਣਾ, ਸਰਫਾ ਕਰਨਾ। ਬਣਾਉਣ ਵਾਲੇ ਨੇ ਤਾਂ ਸਾਰੀ ਰਸਤ ਦੇ ਦੇਣੀ, ਪਰ ਵਰਤਾਵੇ ਦੇ ਹੱਥ ਦੇ ਵਿੱਚ ਕੋਈ ਬਰਕਤ ਨਹੀਂ ਹੋਣੀ। ਤੋ ਇੰਝ ਆਪ ਦੇ ਲਾਲਚ ਵਾਸਤੇ ਜਿਹੜਾ ਦੂਜਿਆਂ ਨੂੰ ਘੱਟ ਵਰਤਾਉਣਾ ਹੈ, ਮੁੜ ਕੇ ਆਪ ਖੁੱਲ੍ਹਾ ਗੱਫਾ ਲੈਣਾ ਹੈ, ਗੁਰੂ ਘਰ ਦੇ ਵਿੱਚ ਉਹ ਇਨਸਾਨ ਝੂਠਾ ਪੈਂਦਾ ਹੈ। ਰਹਿਤਨਾਮਿਆਂ ਦਾ ਬਚਨ ਹੈ, ਜੋ ਪ੍ਰਸਾਦ ਕੋ ਬਾਂਟ ਹੈ। ਪ੍ਰਸਾਦ ਗੁਰੂ ਕੇ ਲੰਗਰ ਦਾ ਨਾਮ ਹੈ। ਇਹਦੇ ਵਿੱਚ ਇਕੱਲਾ ਕੜਾ ਪ੍ਰਸ਼ਾਦ ਨਹੀਂ, ਹੋਰ ਜਿੰਨੇ ਵੀ ਪਦਾਰਥ ਗੁਰੂ ਘਰ ਵਰਤਦੇ ਨੇ ਉਹ ਸਭ ਪ੍ਰਸ਼ਾਦ ਰੂਪ ਹਨ। ਜੋ ਪ੍ਰਸਾਦ ਕੋ ਬਾਂਟ ਹੈ, ਮਨ ਮੈਂ ਧਾਰੇ ਲੋਭ। ਮਨ ਵਿੱਚ ਲਾਲਚ ਧਾਰਨ ਕਰਕੇ ਵਰਤਾਉਂਦਾ ਹੈ ਕਿ ਪਿੱਛੋਂ ਜਦ ਵੱਧ ਬਚ ਜਾਏਗਾ ਉਹ ਮੈਂ ਆਪਦੇ ਘਰ ਨੂੰ ਲਿਜਾਵਾਂਗਾ। ਦੂਜਿਆਂ ਨੂੰ ਥੋੜ੍ਹਾ ਥੋੜ੍ਹਾ ਦਿੰਦਾ ਹੈ, ਜਾਂ ਕਿਸੇ ਥੋੜ੍ਹਾ ਕਿਸੇ ਅਗਲਾ, ਕਿਸੇ ਨੂੰ ਥੋੜ੍ਹਾ ਦੇ ਦਿੱਤਾ, ਅਤੇ ਜਿਹੜਾ ਆਪ ਦਾ ਜਾਣਕਾਰ ਹੋਇਆ ਖੁਸ਼ੀ ਨਾਲ ਉਹਨੇ ਬੁਲਾਇਆ, ਉਹਦਾ ਬੁੱਕ ਭਰਤਾ, ਉਹਦੀ ਥਾਲੀ ਭਰ ਦਿੱਤੀ। ਉਹ ਇੰਝ ਜਿਹੜਾ ਦਜੈ ਕਰਤਾ ਹੈ ਵਰਤਾਵਾ। ਰਹਿਤਨਾਮਿਆਂ ਵਿੱਚ ਕਲਗੀਧਰ ਦੇ ਬਚਨ ਹਨ, ਕਹਿੰਦੇ ਨੇ ਜੋ ਪ੍ਰਸਾਦ ਕੋ ਬਾਂਟ ਹੀ, ਮਨ ਮੈਂ ਧਾਰੈ ਲੋਭ। ਕਿਸੇ ਥੋੜ੍ਹਾ ਕਿਸੇ ਅਗਲਾ, ਸਦਾ ਰਹੇ ਤਿਸ ਸੋਗ। ਉਹਨੂੰ ਕਦੀ ਖੁਸ਼ੀ ਕਦੀ ਆਨੰਦ ਨਹੀਂ ਹੋ ਸਕਦਾ, ਉਹਨੂੰ ਹਮੇਸ਼ਾ ਸੋਗ ਅਫਸੋਸ ਚਿੰਤਾ ਹੀ ਰਹੇਗੀ। ਹਮੇਸ਼ਾ ਚਿੰਤਾ ਵਿੱਚ ਡੁੱਬਿਆ ਸੋਚਾਂ ਸੋਚਦਾ ਰਹੇਗਾ।
कदी वो खुश प्रसन्न नहीं हो सकता जिहड़ा आप दे लई लालच करदा। सो भोगी होवे खाए, रब ने इन्ने पदार्थ बनाए ने बंदे को खाधे नहीं जाते। पदार्थां दे भोगण वाला जिहड़ा हुंदा वो अनेक तरह के पदार्थ खाई ही खाई जाता रहिंदा है। तपिया हुवै तप करे, जो तप करन वाला तपस्वी हुंदा है वो सदा तप ही करदा रहिंदा है। तीरथे माल माल नाय, हाँ थत्थे नूं सिहारी भी सिंह ने लाई है ते लल्ले नूं सिहारियां भी लाइयां ने। इउं बंदा सारियां सिहारियां बिहारियां जे लाउण जाणदा होवे, दूजे नूं पता भी ना लगे, ये स्लिम आवाज़ दे विच लघु मात्रा बोलदियां ने सिहारियां जो हन। जिहड़े मशीनरी वाले कालजां 'च पढ़े हुए ने, बोलना तो उन्हां नूं आप नहीं आउंदा, ना तो औंकड़ बोलना आए ना सिहारी बोलनी आए। आखे जी ये बोलना नहीं है, ये वाधू मात्रा पूरियां करन लई लाया। जिस तरह आपे बीज आपे ही, मैं तो कहूँगा खाहो, सज्जन सच्चा पातशाहो सिर साहां दे साहो। जिस पास बैठिया सोही है सबना दा वेसाहो। ये लघु मात्रा सलिम जी वो कहणगे सज्जन सच्चा पातशाह सिर साहां दे शाह। बिंदियां आपदे घरों ही लै आउणगे ते औंकड़ खा ही जाणगे। जिस पास बैठिया सोही है सबना दा वेसा, सिद्धा ही हा। तो इउं लाउणा आप नहीं आउंदियां लगा मात्रा, कहना महाराज ने वाधू लिख दित्तियां। फिर एक बार सुनो, ध्यान दे नाल पाठ सुनियो, उचारण करो सतनाम श्री वाहिगुरू। तीरथे माले माले नाय, तीरथ दे थत्थे नूं भी सिहारी लाई है सिंह ने ते लल्लियां नूं भी सिहारियां लगियां दोवें। तीरथ माले माल नहाए। जो तपिया करन वाला हुंदा वो सदा तप ही करदा रहिंदा है। और जो तीर्थ यात्रु है वो अनेकां तीर्थां दे जाके उथों दे जल नाल मल मल के नहाउंदा ही रहिंदा है। इउं इन्हां सबनां दी आपो अपने साधन कर्म कांडां दे विच प्रीति है। तेरा सदड़ा सुणीजै भाई, सन्मुख बेनती करके कहंदे ने कि हे प्यारे प्रभु, असीं तेरा सदड़ा जस सुनना चाहुंदे हां। मतलब तपस्वी तप करदा रहिंदा, भोगी खांदा रहिंदा है, ते तीर्थ ते इशनान करन वाला तीर्थ ते नहाउंदा रहिंदा। ते सानू महाराज तू आप दे गुरुद्वारे दा काम दिता है, बैठा रहो ते सुणदा रहो। गुरबाणी दा नितनेम, गुरबाणी दा कीर्तन, गुरबाणी दी कथा। हे महाराज असीं तां तेरा जस ही सुणदे रहिंदे आ ते यही चाहना करदे आ कि सुनना करिए। जे को बहै अला, जे कोई बैठ के तेरे जस दा अलापना करे तां असीं प्यार नाल बैठ के सुनना करिए। इत्थे महाराज दी इन्नी किरपा है, मैं खुद आप बड़ा हैरान हुंदा हां। पिंडां च गुरुद्वारियां च तां बाबे लोक नितनेम करके राजी नहीं हुंदे। साडे पिंड च उदों 12 पतियां ते 12 गुरुद्वारे सीगे, 8-10 तां हुण होर बन गए होणगे। किसी गुरुद्वारे च बाबे ने प्यो दे पुੱਤ ने जपजी साहिब पूरा नहीं पढ़ना, सारियां ने महाराज प्रकाश करके ते 2 मिनटां जी आद पढ़िया, अंत पढ़िया, विचों विचों दर्शन करिया। 5 जपजी ते 5 आनंद साहिब दीयां पौड़ियां पढ़ के ते सतनाम वाहिगुरू फुल्लियां लैके गेट ते बह जाना। जिहड़ा आउणा उहदे हत्थ च फुल्लियां रखी जाणियां। पिंडां च कित्थे कथा कीर्तन हुंदा। आपां तरले मारने भी सानूं कोई दस्से, कोई सुणाउण वाला होवे, किसी दे मूँह तो शुद्ध बाणी दा पाठ सुन के ते आप दे अखर लगा मात्रा सुधारीए। जो महापुरख बाबे करतार सिंह साहब ने साढ़े नज़दीक गुरु घर बाबा हर स्वरूप सिंह जी गुरमुख प्यारिਆਂ की ड्यूटी लगाई। वो जपजी साहब पूरा ते सुखमनी साहब संपूर्ण पढ़ के
ਤੇ ਆ 6:15 ਵਜੇ ਭੋਗ ਪਾਇਆ ਕਰਦੇ, 2 ਘੰਟੇ ਬਾਣੀ ਸੁਣਾਉਣੀ ਸ਼ੁੱਧ ਲਗਾ ਮਾਤਰਾ ਨਾਲ। ਕਥਾ ਕਿੱਥੇ ਹੁੰਦੀ ਸੀ? ਸੰਗਰਾਂਦ ਵਾਲੇ ਦਿਨ ਜੇ ਕਿਸੇ ਨੇ ਬਹਿ ਜਾਣਾ ਤੇ ਆਪਾਂ ਔਖੇ ਹੋਣਾ ਵੀ ਇਹਨੂੰ ਕਿਹਨੇ ਬਿਠਾਇਆ ਹੈ, ਇਹ ਬਾਬਾ ਭੋਗ ਹੀ ਨਹੀਂ ਪਾਉਂਦਾ, ਆਪਾਂ ਤਾਂ ਪ੍ਰਸ਼ਾਦ ਲੈਣ ਆਏ ਆ, ਇਹ ਹਟਦਾ ਹੀ ਨਹੀਂ। ਇਸ ਤਰ੍ਹਾਂ ਹੀ ਗੁੱਸਾ ਕਰੀਦਾ ਨਾ? ਕੋਈ ਝੂਠੀ ਗੱਲ ਤਾਂ ਨਹੀਂ? ਦੱਸੋ। ਇੱਥੇ ਤਾਂ ਮਹਾਰਾਜ ਸਾਹਿਬ ਦੀ ਕਿਰਪਾ ਹੈ, ਨਾ ਤਾਂ ਲੰਗਰ ਉਡੀਕਣਾ ਪਏ, ਨਾ ਚਾਹ ਉਡੀਕਣੀ ਪਏ, ਨਾ ਪ੍ਰਸ਼ਾਦ ਉਡੀਕਣਾ ਪਏ। ਜਦੋਂ ਵੀ ਕੋਈ ਆਇਆ, ਕਿਉਂਕਿ ਸੰਗਤ ਬਹੁ ਗਿਣਤੀ ਵਿੱਚ ਹੈ, ਖੁੱਲ੍ਹਾ ਲੰਗਰ, ਖੁੱਲ੍ਹਾ ਚਾਹ ਪਾਣੀ, ਪ੍ਰਸ਼ਾਦ ਤੇ ਬਾਬਾ ਜੀ ਦੀ ਡਿਊਟੀ ਹੈ। ਜਦੋਂ ਵੀ ਕੋਈ ਜਾਏ ਉਹਨੂੰ ਉਸੇ ਵਕਤ ਪ੍ਰਾਪਤ ਹੁੰਦਾ। ਪਰ ਆਮ ਗੁਰੂ ਘਰਾਂ 'ਚ ਕਿੱਥੇ, ਜਿੰਨਾ ਚਿਰ ਭੋਗ ਨਹੀਂ ਪੈਂਦਾ, ਅਰਦਾਸ ਨਹੀਂ ਹੁੰਦੀ, ਨਾ ਤਾਂ ਪ੍ਰਸ਼ਾਦ ਵਰਤਦਾ ਨਾ ਲੰਗਰ ਵਰਤਦਾ। ਉਹ ਫਿਰ ਨਿਆਣੇ ਰੌਲਾ ਪਾਉਂਦੇ ਨੇ। ਅਤੇ ਇਸ ਵਾਸਤੇ ਆਮ ਜਗ੍ਹਾ 'ਤੇ ਇਹ ਚੀਜ਼ਾਂ ਬੜੀਆਂ ਦੁਰਲੱਭ ਹਨ। ਇਹ ਸੱਚੇ ਪਾਤਸ਼ਾਹ, ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ, ਆਪਾਂ ਤਾਂ ਤਰਲੇ ਮਾਰਦੇ ਹਾਂ ਵੀ ਸਾਨੂੰ ਤੇਰੀ ਕਥਾ ਸੁਣਨ ਨੂੰ ਮਿਲੇ, ਸ਼ੁੱਧ ਬਾਣੀ ਦਾ ਪਾਠ ਮਿਲੇ, ਤੇਰਾ ਕਿਤੇ ਕੀਰਤਨ ਪ੍ਰਾਪਤ ਹੋਵੇ। ਇਸੇ ਲਈ ਦੁਨੀਆ ਵੇਖੋ ਕਈ ਵਲ ਭੰਨ ਕੇ, ਮੈਂ ਸੁਣਿਆ ਵੀ ਇੰਗਲੈਂਡ ਤੋਂ ਕਈ ਗੁਰਮੁਖ ਪਿਆਰੇ ਮਹੀਨੇ ਬਾਅਦ ਮੱਥਾ ਟੇਕਣ ਆਉਂਦੇ, ਲੁਧਿਆਣੇ ਤੋਂ ਸੈਚਰਡੇ ਦੇ ਸੈਚਰਡੇ ਸਪੈਸ਼ਲ ਕਿਰਾਇਆ ਖਰਚ ਕੇ ਬੜੀ ਬੜੀ ਦੂਰ ਤੋਂ ਹਰਿਮੰਦਰ ਸਾਹਿਬ ਸੇਵਾ ਕਰਨ, ਕਥਾ ਕੀਰਤਨ। ਸਾਡੇ ਬਾਬਾ ਜੀ ਮਹਾਂਪੁਰਖ ਰਾਤ 12 ਵਜੇ ਉਠਾਉਣਾ, ਕਹਿਣਾ ਚਲੋ ਭਾਈ ਚੱਲੀਏ। ਖੁਦ ਮੈਂ ਆਪ ਅੱਖਾਂ ਮਲਦਿਆਂ ਮਲਦਿਆਂ ਮਸਾਂ ਨਹਾ ਧੋ ਕੇ ਛਾਲ ਮਾਰ ਕੇ ਬੱਸ 'ਚ ਬਹਿਣਾ, ਪੂਰੇ 2:30 ਵਜੇ ਉੱਥੇ ਜਾ ਕੇ ਚੌਂਕੜਾ ਮਾਰ ਲੈਣਾ, ਕਹਿਣਾ ਆਪਾਂ ਕੀਰਤਨ ਸੁਣਨਾ ਹੈ। ਅਤੇ 2:30 ਵਜੇ ਤੋਂ ਲੈ ਕੇ 7:30 8 ਵਜੇ ਤੱਕ, ਜਿੰਨਾ ਚਿਰ ਆਸਾ ਦੀ ਵਾਰ ਸੰਪੂਰਨ ਨਾ ਹੋਣੀ, ਉਹਨਾਂ ਚਿਰ ਮਹਾਂਪੁਰਖਾਂ ਚੌਂਕੜਾ ਨਹੀਂ ਖੋਲ੍ਹਣਾ। ਅਤੇ ਜੇ ਕਿਤੇ ਨਾ ਜਾਇਆ ਜਾਣਾ ਤਾਂ ਜਿੱਥੇ ਬੈਠਣਾ ਉੱਥੇ ਕਹਿਣਾ ਮੈਨੂੰ TV 'ਤੇ ਕੀਰਤਨ ਸੁਣਾਓ। ਜਿਸ ਰਾਗੀ ਨੇ ਆਸਾ ਦੀ ਵਾਰ ਲਾਉਣੀ, ਉਹਨੂੰ 5-5 ਕਿਲੋ ਬਦਾਮ ਅਤੇ ਕਾਜੂ, ਸਿੰਘਾਂ ਨੂੰ ਕਹਿਣਾ ਵੀ ਗੱਡੀ ਸਟਾਰਟ ਕਰੋ। ਆ ਰਾਗੀ ਨਰਿੰਦਰ ਸਿੰਘ ਜੀ ਬਨਾਰਸ ਵਾਲੇ ਗੁਰਮੁਖ ਪਿਆਰੇ, ਮੈਨੂੰ ਯਾਦ ਵੀ ਮਹਿਤੇ ਤੋਂ ਮਹਾਂਪੁਰਖਾਂ ਨੇ ਪਤਾ ਨਹੀਂ 2.5-3 ਕਿਲੋ ਬਦਾਮ ਅਤੇ ਕਾਜੂ ਕਹਿੰਦੇ ਰਾਗੀ ਦੇ ਘਰ ਫੜਾ ਕੇ ਆਓ, ਉਹਨੇ ਆਸਾ ਦੀ ਵਾਰ ਸੁਣਾਈ। ਆਪਾਂ ਘਰ ਜਾ ਕੇ ਉਹਦੇ ਦੇਣ ਗਏ, ਅੰਤਰਜਾਮੀ ਕਲੋਨੀ ਅੰਮ੍ਰਿਤਸਰ ਸਾਹਿਬ। ਇੰਨਾ ਉਹਨਾਂ ਦਾ ਪਿਆਰ ਮਹਾਰਾਜ ਦੀ ਕੀਰਤਨ, ਮਹਾਰਾਜ ਦੀ ਕਥਾ ਦੇ ਨਾਲ। ਇਸ ਲਈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਵੇਂ ਰੋਟੀ ਮਿਲੇ ਨਾ ਮਿਲੇ, ਭੁੱਖੇ ਰਹਿ ਕੇ ਗੁਜ਼ਾਰਾ ਕਰਦੇ। ਕੋਈ ਮੰਜਾ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਸੁੱਖ ਨਹੀਂ, ਕੋਈ ਆਰਾਮ ਨਹੀਂ, ਪਰ ਮਰਦਾਨੇ ਦਾ ਵਸਾ ਨਹੀਂ ਕੀਤਾ। ਜਦ ਵੀ ਉਹਨੇ ਗੁੱਸੇ ਹੋਣਾ, ਉਹਦੇ 100 ਤਰਲੇ ਮਾਰਨੇ, ਉਹਦੇ ਮਗਰ ਭੱਜਣਾ, 100 ਵੱਲ ਭੰਨ ਕੇ ਉਹਨੂੰ ਘਰੋਂ ਲੈਣ ਤੱਕ ਜਾਣਾ। ਆਖਣਾ ਭਾਈ ਬਾਲਿਆ ਸਾਡਾ ਦਿਲ ਨਹੀਂ ਲੱਗਦਾ। ਆਖਿਆ ਮਰਦਾਨਿਆਂ ਲੜਿਆ ਨਾ ਕਰ, ਕੀਰਤਨ ਸੁਣਾਉਣ ਕਰਕੇ ਤੇਰੇ ਨਾਲ ਅਸੀਂ ਪ੍ਰੇਮ ਕਰਦੇ ਹਾਂ। ਇਸ ਲਈ ਹੇ ਪਿਆਰੇ ਪ੍ਰਮਾਤਮਾ, ਆਪਾਂ ਤਾਂ ਤੇਰਾ ਜਸ ਸੁਣਨਾ ਚਾਹੁੰਦੇ ਹਾਂ। ਜੇ ਕੋਈ ਬੈਠ ਕੇ ਤੇਰੇ ਜਸ ਨੂੰ ਅਲਾਪਦਾ ਹੀ ਰਹੇ, ਕੀਰਤਨ ਕਰਦਾ ਹੀ ਰਹੇ। ਆ ਭੰਗੜ ਰਾਗੀ ਹੁੰਦੇ ਸੀ, ਰਾਗੀ ਬਲਬੀਰ ਸਿੰਘ ਜੀ, ਸਾਬਕਾ ਹਜੂਰੀ ਹਰਿਮੰਦਰ ਸਾਹਿਬ ਦੇ ਰਾਗੀ। ਉਹਨਾਂ ਆਪ ਖੁਦ ਦੱਸਿਆ ਕਿ ਇੱਕ ਵਾਰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਨਾਨਕ ਨਿਵਾਸ ਅੰਮ੍ਰਿਤਸਰ ਸਾਹਿਬ ਉਹਦੀ ਛੱਤ 'ਤੇ ਬੈਠੇ ਹੋਏ ਸਨ। ਰਾਤ 10 ਵਜੇ ਕਹਿੰਦੇ ਅਸੀਂ ਉਹੀ ਮੱਥਾ ਟੇਕਣ ਗਏ। ਜਦ ਦਰਸ਼ਨ ਕਰਨ ਗਏ ਅਤੇ ਮਹਾਂਪੁਰਖ ਕਹਿਣ ਲੱਗੇ ਰਾਗੀ ਸਿੰਘੋ ਕੀਰਤਨ ਸੁਣਾਓ। ਕਹਿੰਦੇ ਮਹਾਂਪੁਰਖ ਜੀ ਇੰਨੀ ਰਾਤ? ਕਹਿੰਦੇ ਹਾਂ ਬਈ, ਇਕਾਂਤ ਹੈ, ਬੜਾ ਸੁੰਦਰ ਆਨੰਦ ਆਏਗਾ, ਸੋਹਣਾ ਮੌਸਮ ਹੈ। ਕਹਿੰਦੇ ਅਸੀਂ ਕੀਰਤਨ ਸ਼ੁਰੂ ਕਰਤਾ। ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨ ਜਮ ਕਾਰਨ। ਪਤਾ ਨਹੀਂ ਕਿੰਨੀ ਵਾਰ ਉਹਨਾਂ ਸ਼ਬਦ ਸੁਣਿਆ ਅਤੇ ਸਾਰੀ ਰਾਤ ਸਾਥੋਂ ਕੀਰਤਨ ਹੀ ਸੁਣਦੇ ਰਹੇ। ਮਾਇਆ ਤੇਲਾ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਹਨਾਂ ਮਹਾਂਪੁਰਖਾਂ ਦਾ ਕਥਾ ਕੀਰਤਨ ਨਾਲ ਪਿਆਰ ਸੀਗਾ। ਇਉਂ ਮਹਾਰਾਜ
जे कोई बैठ के तेरे जस का अलापन करे कीर्तन करे। हरमंदर साहब एक रागी गुरमेज सिंह जी हुंदे सी, गुरमेज सिंह रागी, उन्हां दे कीर्तन दी इन्नी सिफत है भी बंदा उन्हां दे मगर एक बार बैठ जाए सही, मजाल है भी किते उठण नूं दिल करे। अखां तो देखदा नहीं सीगा, हुण तां बड़ा समा रिटायर होइआं नूं भी हो गया ते दर्शन कीतिआं नूं भी कई साल लंघ गए। अकाल तख्त साहिब तो उन्हां नूं एक अवार्ड मिलिआ। उन्हां ने बरेल लिपि दे विच जो अन्निਆਂ ਦੀ लिपि हुंदी है, जिन्हां नूं सुणदा भी नहीं है ते वेख भी नहीं सकदे, अन्निਆਂ ते बोलियां दी लिपि नूं कहिंदे बरेल लिपि। वो अखर उकरे हुंदे ने हत्थां दे नाल टोह के ते फिर वो पढ़ाई पढ़दे हन। साडे रागी जी भी जिन्हां को मैं कीर्तन सिੱਖਿਆ उन्हां कोले घड़ी हुंदी सी, वो घड़ी का शीशा उपर करके ते हत्थां नाल टाइम वेखदे हुंदे सी, उन्हां नूं दिखदा नहीं सी। ये कन्या की घड़ी हुंदी स्पैशल, उन्हां ते वो अखर उकरे हुंदे ने हत्थां नाल टोह के, सूइयां नूं हत्थ ला के वो वेख सकदे ने। वो रागी गुरमेज सिंह जी ने श्री गुरु ग्रंथ साहिब जी का पावन सरूप बरेल लिपि 'च लिख के श्री अकाल तख्त साहिब भेटा किया सूरदासां वास्ते। उन्होंने अकाल तख्त साहिब तो अवार्ड मिलिਆ सी। जब उन्हें कीर्तन शुरू करना, जे तो दर्शनां का प्रकरण है तो जिन्ने शब्द उन्होंने 1.5 घंटे की ड्यूटी विच पढ़ने सब दर्शनां के प्रकरण च। हरमंदर साहिब दे विच बोलण की आग्या नहीं, निरोल बाणी का कीर्तन हुंदा। कीर्तन विच बंदा बोल नहीं सकता, कथा नहीं कर सकता। उन्हां बिना ही बोलण तो गुरबाणी के प्रमाण ते प्रमाण इन्ने देने कि कथा की जरूरत ही ना महसूस होनी। ये पुरातन रागियां की मर्यादा सीगी। इक्को ही प्रकरण दे विच ये नहीं भी एक खुशी का शब्द एक गमी का, कितों लत्त फड़ ली कितों बांह फड़ ली। आ जिहड़ा अखंड कीर्तन हुंदा सारी सारी रात उहदा पता ही नहीं लगता भी शब्द किहड़ा चल रहा है, कित्थों आरंभता हुई है, कदों भोग पैना है। तो वो रला गोबला जिहा सुनने वाले नूं समझ नहीं आउंदी। ਉਹ ਜਾਪਦਾ भी साज ਵੱਜਦੇ ने, सोहना सब कुछ कीर्तन हो रहा, पर समझ नहीं आउंदी। पुरातन रागी एक प्रकरण दे विच ही शब्द पढ़िया करदे ते प्रमाण बड़े तरीके नाल देने, जिहदे तो स्पष्ट होना कि शब्द दे विच प्रमाण है। ये महाराज साडा चित करदा है कि कोई कीर्तन करी जाए, आप दा जस अलापी जाए तो आपां बैठ के सुनते रहिए, क्योंकि सुनते पुनीत कहते सब धन लिखती कुल तारिया जियो। सुनने वाला 3 गुणा वध फल लैंदा है। कहण वाला पवित्र है, सुनने वाला पुनीत है, लिखण वाले दियां तां कुलां तर जांदियां ने। 48 ਸਿੰਘਾਂ ने गुरु गोबिंद सिंह जी की पावन रसना तो दमदमा साहिब गुरबाणी की कथा सुनी, वो सारे जीवन मुक्त अवस्था वाले हो गए। इंज हे सच्चे पातशाह हीरा सदड़ा सुनीजै भाई। हे महाराज असीं तेरा जस सुनना चाहुंदे हां। जे को बहै अलाय, जेकर कोई गुरमुख वासनावां वल्लों चित्त नूं संतोख दे सहित अस्थित करके उचारण करे। अजकल प्रचारकों की घाट नहीं है, गल्लां करनों तुसीं जिन्नियां मर्जी फेसबुक यूट्यूब ते सुन लो, पर जिहड़ी कथा है निरोल गुरबाणी दे वो तुहानूं विरले वांझे तो प्राप्त होएगी। एवें दुनिया दीयां गल्लां मारी जाणियां, जो कुछ मसले चल रहे ने खबरां ही देई जाणियां टीवी वांग, वो कथा नहीं हुंदी है। जस वो है जिहदे च प्रभु की सिफत होवे, ਉਹਦੇ 'ਚ ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਕਿਸੇ ਦੀ ਚੁਗਲੀ ਨਹੀਂ ਹੁੰਦੀ। केवल गुरु जी का उपदेश विचारी दा है तो रब की सिफत करी दी है। जे कोई आपदे मानो वासनावां वल्लों संतोख दे सहित स्थित करके कोई जीवन वाला महापुरख
ਉਚਾਰਨ ਕਰੇ। ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਜੈਸਾ ਬੀਜੈ ਸੋ ਲੁਣੇ। ਇਹ ਭਾਈ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਫਿਰ ਉਹੀ ਗੱਲ 'ਤੇ ਆਉਂਦੇ ਹਾਂ। ਜਿਹੋ ਜਿਹਾ ਵੀ ਕਰਮਾਂ ਦਾ ਬੀਜ ਕੋਈ ਬੀਜਦਾ ਹੈ ਉਸੇ ਤਰ੍ਹਾਂ ਦਾ ਹੀ ਉਹ ਵੱਢੇਗਾ, ਵੱਢਦਾ ਹੈ। ਜੋ ਖੱਟੇ ਸੋ ਖਾਇ। ਜਿਹੜਾ ਕੁਝ ਖੱਟਣਾ ਕੀਤਾ ਹੈ ਉਹੋ ਜਿਹਾ ਹੀ ਫਲ ਖਾਣਾ ਕਰੇਗਾ ਜਾਂ ਕਰਦਾ ਹੈ। ਇਸੇ ਪ੍ਰਕਾਰ ਜੈਸਾ ਬੀਜੈ ਸੋ ਲੁਣੇ। ਜੋ ਪਹਿਲਾਂ ਕਰਮਾਂ ਦਾ ਬੀਜ ਬੀਜਿਆ ਸੀ ਉਹੀ ਹੁਣ ਵੱਢਿਆ ਹੈ, ਅਰ ਜੋ ਹੁਣ ਖੱਟੇਗਾ ਉਹੀ ਅੱਗੇ ਨੂੰ ਖਾਵੇਗਾ। ਜੋ ਖੱਟੇ ਸੋ ਖਾਇ। ਜਿਹੜਾ ਪਿੱਛੇ ਖੱਟੀ ਕਮਾਈ ਕੀਤੀ ਹੈ ਪਿਛਲੇ ਜਨਮਾਂ ਦੇ ਵਿੱਚ ਉਹੀ ਹੁਣ ਜੀਵ ਖਾ ਰਹੇ ਹਨ। ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਗਿਆ ਖਾਏ। ਹੁਣ ਖਾ ਕੇ ਹੰਢਾ ਲਿਆ ਅਤੇ ਅੱਗੇ ਲਈ ਕੋਈ ਕਮਾਈ ਕੀਤੀ ਨਹੀਂ, ਭਾਵ ਨਾਮ ਜਪਿਆ ਨਹੀਂ, ਫਿਰ ਅੱਗੇ ਭੁੱਖ ਲੱਗੀ ਤੋਂ ਕੀ ਖਾਣਗੇ। ਜਿਹੜਾ ਸਿਆਣਾ ਬੰਦਾ ਹੁੰਦਾ ਹੈ ਉਹ ਆਪ ਦੀ ਜਿਹੜੀ ਜਮ੍ਹਾਂ ਪੂੰਜੀ ਹੈ ਉਹਨੂੰ ਨਹੀਂ ਵਰਤਦਾ, ਉਹ ਵਿਆਜ ਖਾਈ ਜਾਂਦਾ, ਪ੍ਰੋਫਿਟ ਖਾਈ ਜਾਂਦਾ। ਜੇ ਜਮ੍ਹਾਂ ਪੂੰਜੀ ਖਾ ਲਈ ਫਿਰ ਤਾਂ ਭੁੱਖੇ ਮਰਨ ਵਾਲੀਆਂ ਗੱਲਾਂ ਹਨ, ਫਿਰ ਕਿਸੇ ਅੱਗੇ ਹੱਥ ਅੱਡਣ ਤੋਂ ਦਾ ਕੁਛ ਮਿਲੇਗਾ ਨਹੀਂ। ਤੋ ਇੰਜ ਜਿਹੜੇ ਪੁੰਨ ਜਮ੍ਹਾਂ ਸੀ ਸੋ ਤਾਂ ਲਈ ਖਾ, ਅੱਗੇ ਵਾਸਤੇ ਜਮ੍ਹਾਂ ਕੀਤੀ ਹੋਈ ਨਹੀਂ, ਅਤੇ ਇਸ ਵਾਸਤੇ ਫਿਰ ਭੁੱਖਾ ਹੋਵੇਗਾ, ਭੁੱਖਾ ਮਰੇਗਾ। ਮਹਾਰਾਜ ਕਹਿੰਦੇ ਹਨ ਜੋ ਵੀ ਇਨਸਾਨ ਕਮਾਈ ਕੀਤੀ ਹੋਈ ਹੈ ਪਿਛਲੇ ਜਨਮਾਂ ਦੀ ਉਹ ਖਾ ਰਿਹਾ ਹੈ, ਅਤੇ ਹੁਣ ਚੰਗੇ ਕਰਮ ਕਰਨੇ ਚਾਹੀਦੇ ਹਨ। ਪੁੱਛ ਨਾ ਹੋਵਈ। ਪਰ ਜੋ ਪੁਰਖ ਨਾਮ ਰੂਪੀ ਜਾਂ ਸਰੂਪ ਦੀ ਸਖਿਆਤਤਾ ਰੂਪ ਜੀ ਸਾਣਨੀ ਸਾਣੈ ਜਾ ਪਰਮਾਨੇ ਦੇ ਸਹਿਤ ਪਰਲੋਕ ਨੂੰ ਜਾਵੇਗਾ, ਉਸ ਕੋਲੋਂ ਅੱਗੇ ਪਰਲੋਕ ਦੇ ਵਿੱਚ ਯਮਦੂਤਾਂ ਚਿੱਤਰਗੁਪਤ ਦੁਆਰਾ ਕਰਮਾਂ ਧਰਮਾਂ ਦੇ ਹਿਸਾਬ ਕਿਤਾਬ ਦੀ ਕੋਈ ਪੁੱਛ ਗਿੱਛ ਨਹੀਂ ਹੋਵੇਗੀ। ਐਸੋ ਜੈਸਾ ਕਾਢੀਐ ਜਿਹੋ ਜਿਹੀ ਜੈਸੀ ਕਾਰ ਕਮਾਈ। ਜਿਹੋ ਜਿਹੀ ਕੋਈ ਕਾਰ ਕਮਾਉਂਦਾ ਹੈ ਉਹੋ ਜਿਹਾ ਹੀ ਜੀਵ ਕਿਹਾ ਜਾਂਦਾ ਹੈ। ਜੇ ਕੋਈ ਇੱਟਾਂ ਲਾਵੇ ਉਹਨੂੰ ਕਹਿੰਦੇ ਵੀ ਇਹ ਰਾਜ ਮਿਸਤਰੀ ਹੈ, ਜੇ ਕੋਈ ਲੋਹਾ ਕੁੱਟੇ ਉਹਨੂੰ ਕਹਿੰਦੇ ਲੋਹਾਰ ਮਿਸਤਰੀ ਲੋਹੇ ਦਾ, ਜੇ ਕੋਈ ਸੋਨਾ ਸਵਾਰੀ ਉਹਨੂੰ ਕਹਿੰਦੇ ਸੁਨਿਆਰ ਸੋਨੇ ਦਾ ਹੈ, ਜੇ ਕੋਈ ਕੱਪੜਾ ਵੇਚੇ ਉਹਨੂੰ ਕਹਿੰਦੇ ਬਜਾਜੀ। ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ, ਜੇ ਕੋਈ ਨਾਮ ਜਪੇਗਾ ਸੋ ਸੰਤ ਹੋਵੇਗਾ। ਤੋ ਇੰਜ ਜਿਸ ਤਰ੍ਹਾਂ ਕੋਈ ਕਾਰ ਕਮਾਉਂਦਾ ਉਹੋ ਜਿਹਾ ਹੀ ਉਹਦਾ ਨਾਮ ਕਿਹਾ ਜਾਂਦਾ, ਉਹਦਾ ਜੀਵਨ ਬਣ ਜਾਂਦਾ ਹੈ। ਜੋ ਦਮ ਚੇਤਨਾ ਆਵਾਈ। ਇਸ ਲਈ ਜੇ ਤੁਸੀਂ ਸੰਤ ਬਣਨਾ ਹੈ ਤਾਂ ਗੱਜ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਵਿੱਚ ਸਭ ਸੰਤ ਹਨ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਜੋ ਅਕਥ ਦੀ ਕਹਾਣੀ ਕਥਾ ਕਰਦੇ ਸੁਣਦੇ। ਮਹਾਰਾਜ ਕਹਿੰਦੇ ਜਿਹੜਾ ਦਮ, ਜਿਹੜਾ ਸਵਾਸ ਪਰਮੇਸ਼ਰ ਦੇ ਨਾਮ ਤੋਂ ਖਾਲੀ ਚਲਾ ਜਾਏ, ਜਿਹਦੇ ਵਿੱਚ ਮਹਾਰਾਜ ਦਾ ਨਾਮ ਚੇਤੇ ਨਹੀਂ ਆਉਂਦਾ, ਉਹ ਦਮ ਬਿਰਥਾ ਜਾ। ਸਮਝ ਲਓ ਕਿ ਉਹ ਫਜ਼ੂਲ ਚਲਾ ਗਿਆ, ਉਹ ਨਿਸਫਲ ਚਲਾ ਗਿਆ, ਕਿਸੇ ਵੀ ਅਰਥ ਨਹੀਂ ਰਿਹਾ। ਇਹੋ ਤਨ ਵੇਚੀ ਬੈ ਕਰੀ। ਮਹਾਰਾਜ ਕਹਿੰਦੇ ਨੇ ਕਿ ਮੈਂ ਆਪਣਾ ਇਹ ਜਿਹੜਾ ਤਨ ਸਰੀਰ ਹੈ, ਮੈਂ ਇੱਕ ਹੁੰਦੀ ਪੈਲੀ ਠੇਕੇ 'ਤੇ, ਇੱਕ ਹੁੰਦੀ ਹੈ ਗਹਿਣੇ ਵਾਲੀ, ਇੱਕ ਹੁੰਦੀ ਹੈ ਬੈ ਹੀ ਕਰ ਦੇਣੀ, ਬੈ ਲੈ ਲੈਣੀ, ਮੁੱਲ ਲੈ ਲੈਣੀ। ਇਹ ਜਿਹੜਾ ਸਰੀਰ ਹੈ ਮੈਂ ਮੁੱਲ ਕਰਕੇ ਵੇਚ ਦੇਵਾਂ। ਜੇ ਕੋ ਲਏ ਵਿਕਾ। ਜੇਕਰ ਕੋਈ ਸੰਤ ਭਗਤ ਮੈਨੂੰ ਵਿਕਦੇ ਨੂੰ ਲੈ ਲਵੇ ਤਾਂ ਮੈਂ ਆਪਦਾ ਸਰੀਰ ਭਾਵ ਤਨ ਮਨ ਧਨ ਦੇ ਕੇ ਨਾਮੀ ਦਾ ਨਾਮ
ਉਹਦੇ ਕੋਲੋਂ ਪ੍ਰਾਪਤ ਕਰ ਲਵਾਂ। ਨਾਨਕ ਕੰਮ ਨਾ ਆਵਈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਉਹ ਸਰੀਰ ਕਿਸੇ ਵੀ ਕੰਮ ਨਹੀਂ ਆਉਂਦਾ। ਜਿਤ ਤਨ ਨਾਹੀ ਸੱਚਾ ਨਾਮ। ਜਿਸ ਤਨ ਸਰੀਰ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਨਹੀਂ ਹੈ। ਸੂਹੀ ਮਹਲਾ ਪਹਿਲਾ। ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹੜਾ ਸਰੀਰ ਬਿਨਾਂ ਵਾਹਿਗੁਰੂ ਦੇ ਨਾਮ ਉਚਾਰਨ ਤੋਂ ਹੈ, ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਐਸੇ ਸਰੀਰ ਜਾਂ ਸਵਾਸ ਬਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਪਸਰਾ ਬਲੈਡਰ ਦਾ ਨਾਮ ਹੈ। ਅੱਜ ਕੱਲ੍ਹ ਤਾਂ ਬਿਜਲੀ ਦੀਆਂ ਮੋਟਰਾਂ ਆ ਗਈਆਂ, ਜਿਹੜੇ ਲੁਹਾਰ ਲੋਹਾ ਕੁੱਟਦੇ ਨੇ ਗਰਮ ਕਰਕੇ, ਉਹ ਆਪਦੀ ਭੱਠੀ ਦੇ ਅੱਗੇ ਬੰਬੂ ਘਾਟ ਜਿਹਾ ਲਾਉਂਦੇ ਨੇ, ਉਹ ਬਿਜਲੀ ਦੇ ਨਾਲ ਹਵਾ ਦਿੰਦੇ ਨੇ ਪੱਖੇ ਦੀ। ਪੁਰਾਣਾ ਟਾਈਮ ਸੀਗਾ, ਉਹ ਬਲੈਡਰ ਜਿਹੇ ਦੇ ਅੱਗੇ ਉਹ ਦੂਤਾ ਜਿਹਾ ਲਾਇਆ ਹੁੰਦਾ ਸੀ, ਡੰਡਾ ਜਿਹਾ, ਉਹਨਾਂ ਬਲੈਡਰ ਨੂੰ ਨੱਪੀ ਜਾਣਾ ਗੋਡੇ ਨਾਲ ਜਾਂ ਹੱਥ ਨਾਲ, ਅਤੇ ਉਹਦੇ ਨਾਲ ਹਵਾ ਦਿੰਦੇ ਹੁੰਦੇ ਸੀ। ਜਿਸ ਤਰ੍ਹਾਂ ਉਹ ਬਲੈਡਰ 'ਚੋਂ ਹਵਾ ਦਿੰਦੇ ਨੇ ਭੱਠੀ ਨੂੰ, ਇਸ ਤਰੀਕੇ ਦੇ ਨਾਲ ਪੇਟ ਬਲੈਡਰ ਦੀ ਤਰ੍ਹਾਂ ਫੁੱਲਦਾ ਹੈ। ਜਦ ਸਾਹ ਲੈਂਦੇ ਆ, ਕਦੀ ਅੰਦਰ ਜਾਂਦਾ, ਕਦੀ ਬਾਹਰ ਨੂੰ ਆਉਂਦਾ। ਗੱਜ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ। ਨਾਮ ਉਚਾਰਨ ਤੋਂ ਬਿਨਾਂ ਜਿਸ ਤਰ੍ਹਾਂ ਉਹ ਲੋਹਾਰ ਬਲੈਡਰ ਨੂੰ ਹਵਾ ਲਈ ਵਰਤਦਾ, ਇਉਂ ਪੇਟ ਦਾ ਕੋਈ ਕੰਮ ਨਹੀਂ, ਇਹ ਹਵਾ ਹੀ ਕਰ ਰਿਹਾ ਹੈ। ਜਿਹੜਾ ਨਾਮ ਤੋਂ ਬਗੈਰ ਇਹ ਬਲੈਡਰ ਤੋਂ ਵੱਧ ਕੁਛ ਵੀ ਨਹੀਂ ਹੈ, ਮਤਲਬ ਇਹ ਨਿਰਜਿੰਦ ਹੈ। ਜੇ ਪਰਮਾਤਮਾ ਨੇ ਜਾਨ ਪਾਈ ਹੈ ਤਾਂ ਚਾਹੀਦਾ ਹੈ ਆਇਓ ਸੁਨਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਇਹ ਪ੍ਰਾਣੀ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਜੀਓ, ਤੂੰ ਮਹਾਰਾਜ ਦੇ ਨਾਮ ਜਪਣ ਵਾਸਤੇ, ਬਾਣੀ ਪੜ੍ਹਨ ਵਾਸਤੇ ਦੁਨੀਆ ਵਿੱਚ ਆਇਆ ਹੋਇਆ। ਆਹ ਲੋਕਡਾਊਨ ਨੇ ਇੱਕ ਵਾਰ ਸੁਰਤ ਟਿਕਾਣੇ ਲਿਆ ਦਿੱਤੀ। ਜਿਹੜੇ ਵਿਚਾਰੇ ਕਦੀ ਇਕਾਂਤ ਦੇ ਵਿੱਚ ਨਹੀਂ ਸਨ ਰਹੇ, ਉਹ ਬਹੁਤਾ ਹੀ ਘਬਰਾ ਗਏ, ਪਰ ਮਹਾਰਾਜ ਨੇ ਮੱਤ ਸਿਖਾ ਲਈ ਹੈ ਵੀ ਇੰਜ ਪੁੱਤ ਨਾਮ ਜਪੀਦਾ ਹੈ। ਇਹ ਜਿਹੜੇ ਕੰਮ ਨੇ ਇਹ ਕਿਸੇ ਕੰਮ ਨਹੀਂ ਆਉਣ ਵਾਲੇ, ਅਤੇ ਨਾ ਹੀ ਕੋਈ ਇਹਨਾਂ ਦਾ ਲਾਭ ਹੈ। ਪਤਾ ਹੀ ਨਹੀਂ ਵੀ ਕਦੋਂ ਕੀ ਹੋ ਜਾਏ। ਅਤੇ ਜੇ ਨਾਮ ਦਾ ਅਭਿਆਸ, ਨਾਮ ਦਾ ਸੁਭਾਅ ਬੰਦਾ ਬਣਾ ਲਏ ਤਾਂ ਫਿਰ ਕਦੀ ਔਖਾ ਹੁੰਦਾ ਹੀ ਨਹੀਂ, ਕਦੀ ਮਨ ਕਾਹਲਾ ਪੈਂਦਾ ਹੀ ਨਹੀਂ, ਹਰ ਵਕਤ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਸ ਵਾਸਤੇ ਕਿਤੇ ਨਾ ਕਿਤੇ ਬੰਦੇ ਨੂੰ ਸੰਤੋਖ ਰੱਖਣਾ ਪਏਗਾ, ਮੰਨਣਾ ਪਊਗਾ ਮਹਾਰਾਜ ਦੇ ਨਾਮ ਨੂੰ ਕਿ ਪਰਮਾਤਮਾ ਹੈ। ਇਸ ਲਈ ਜਿਹੜੇ ਕੰਮਾਂ ਨੂੰ ਆਪਾਂ ਕੰਮ ਸਮਝਦੇ ਹਾਂ ਉਹ ਕੰਮ ਆਉਣ ਵਾਲੇ ਨਹੀਂ। ਇਹ ਜਿਹੜਾ ਸਰੀਰ ਹੈ, ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਗੈਰ ਕਿਸੇ ਵੀ ਕੰਮ ਨਹੀਂ, ਨਿਕੰਮਾ ਹੈ। ਸੋ ਜੋ ਪ੍ਰਾਣੀ ਕਾਹੂ ਨਾ ਆਵਦ ਕਾਮ, ਸੰਤ ਪ੍ਰਸਾਦ ਤਾਕੋ ਜਪੀਐ ਨਾਮ। ਸੰਤਾਂ ਦੀ ਕਿਰਪਾ ਦੇ ਨਾਲ ਜੇ ਨਾਮ ਜਪਣ ਲੱਗ ਪਏ ਤਾਂ ਇਹ ਸਰੀਰ ਸਫਲ ਹੈ, ਵਰਨਾ ਕਿਸੇ ਵੀ ਕੰਮ ਦਾ ਨਹੀਂ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਕਬੀਰ ਮਾਨਸ ਜਨਮ ਦਲੰਭ ਹੈ, ਹੋਏ ਨਾ ਬਾਰੰਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਗਈ ਬਹੋੜ ਬੰਦੀ ਛੋੜ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਉਹ ਜਣੇ ਜੇ ਗੁਨਾਹਾਂ ਵਿੱਚ ਬਤੀਤ ਹੋ ਗਈ ਤਾਂ ਭੁੱਲ ਜਾਓ, ਚਿੰਤਾ ਕਰੋਗੇ ਤੇ ਖਤਮ ਹੋ ਜਾਓਗੇ। ਮਹਾਰਾਜ ਕਹਿੰਦੇ ਆਗੇ ਸਮਝ ਚੱਲੋ ਆਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜੋ ਲੰਘ ਗਿਆ ਸੋ ਲੰਘ ਗਿਆ। ਜੇ ਅੱਗੇ ਸਮਝ ਕੇ ਚੱਲਾਂਗੇ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ ਤਾਂ ਪਿਛਲੀ ਕਮਾਈ ਵੀ ਮਹਾਰਾਜ ਮੋੜ ਕੇ ਲਿਆ ਕੇ ਬਖਸ਼ਿਸ਼ਾਂ ਕਰੇਗਾ। ਤੋ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਅਰਦਾਸ ਕਰੀਏ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਧਾਰੀ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ ਹਰ ਜੀਓ
ਇਹ ਛੇਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀਓ, ਨਿਮਾਣਿਆਂ ਤੋਂ ਮਾਣ, ਤੂੰ ਨਿਮਾਣਿਆਂ ਦਾ ਮਾਣ ਹੈ। ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਮੇਰਾ ਹਰਗੋਬਿੰਦ ਸਾਹਿਬ ਨਚੀਜੀਆਂ ਨੂੰ ਚੀਜ਼ ਵਾਲੇ ਜਿਹੜੇ ਨਾ ਚੀਜ਼ ਅਤੇ ਉਹਨਾਂ ਨੂੰ ਬੜੇ ਕੀਮਤੀ ਬਣਾਉਣ ਵਾਲਾ, ਬੜੇ ਕੰਮ ਵਾਲੇ ਬਣਾਉਣ ਵਾਲਾ ਹੈ। ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ ਰਹਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਚੜ੍ਹ ਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਹਰਿ ਅੰਤਰ ਜਾਮੀ ਸਭਿਦ ਜਾਣੈ, ਤਾਂ ਕਿਸ ਬੈ ਆਗ ਸੁਣਾਈਐ। ਕਹਿਣੇ ਕਥਨ ਬੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਐਸਾ ਮਹਾਰਾਜ ਹੈ। ਸੋ ਨਾਮ ਤੋਂ ਬਗੈਰ, ਸੱਚੇ ਨਾਮ ਜਪਣ ਤੋਂ ਬਗੈਰ ਇਹ ਸਰੀਰ ਕਿਸੇ ਵੀ ਕੰਮ ਦਾ ਨਹੀਂ। ਘੋੜੇ ਨੂੰ ਪੱਠੇ ਪਾਈ ਜਾਓ, ਪੱਠੇ ਪਾਈ ਜਾਓ ਨਿਹੰਗਾਂ ਵਾਂਗ, ਕੰਮ ਲਓ ਕੋਈ ਨਾ, ਜਾਂ ਉਹਨਾਂ ਦੀ ਦੌੜ ਵੀ ਨਾ ਲਵਾਓ। ਅਗਲਾ ਫਿਰ ਖੰਗੂਰੇ ਮਾਰਦਾ, ਕੰਨ ਖੜਕਾਉਂਦਾ, ਅੜੀ ਕਰਦਾ, ਚੜ੍ਹਨ ਨਹੀਂ ਦਿੰਦਾ, ਹੱਥ ਨਹੀਂ ਲਾਉਣ ਦਿੰਦਾ, ਜਿਹੜਾ ਖਾਣ ਗਿੱਝ ਜਾਏ। ਇਉਂ ਸਿਆਣਾ ਬੰਦਾ ਘੋੜੇ ਨੂੰ ਪੱਠੇ ਵੀ ਪਾਉਂਦਾ ਅਤੇ ਦੌੜ ਵੀ ਲਵਾਉਂਦਾ ਹੈ, ਰੋਜ਼ ਅਭਿਆਸ ਵੀ ਕਰਾਉਂਦਾ, ਤਾਂ ਮੁਕਾਬਲੇ 'ਚ ਜਾ ਕੇ ਉਹ ਜਿੱਤ ਪ੍ਰਾਪਤ ਕਰ ਸਕਦੇ ਨੇ। ਅਤੇ ਇੰਨਾ ਵੀ ਕੰਮ ਨਹੀਂ ਲੈਂਦਾ ਵੀ ਉਹਦੇ ਉੱਪਰ ਟਾਂਗਾ ਜਾਂ ਰੇੜਾ ਜੋ ਕੇ ਸਾਰੀ ਦਿਹਾੜੀ ਉਹਦੇ ਮੋਢੇ ਭੰਨ ਸੁੱਟਣੇ ਅਤੇ ਖਾਣ ਦੇ ਵਕਤ ਕਹਿਣਾ ਚੱਲ ਰੋੜੀਆਂ ਦੇ, ਖਾਣ ਨੂੰ ਵੀ ਨਹੀਂ ਦੇਣਾ। ਉਹਦਾ ਘੋੜਾ ਵੀ ਹੁੱਸ ਕੇ ਡਿੱਗ ਪੈਂਦਾ, ਮਰਦਾ ਮਰ ਜਾਂਦਾ, ਹੱਡ ਗੋਡੇ ਉਹਦੇ ਰਗੜੇ ਜਾਂਦੇ ਨੇ। ਤੋ ਇੰਝ ਇਹ ਜਿਹੜਾ ਸਰੀਰ ਵਾਲਾ ਘੋੜਾ ਹੈ, ਜੇ ਨਿਰਾ ਖਾਣ ਪੀਣ ਦੇ ਵਿੱਚ ਹੀ ਲਾਈ ਰੱਖਿਆ, ਮਹਾਰਾਜ ਦੀ ਸੰਗਤ ਦੀ ਸੇਵਾ ਨਾ ਕਰਾਈ। ਇੱਕ ਹੁੰਦੇ ਨੇ ਸਰੀਰ ਦੇ ਸੇਵਕ, ਇੱਕ ਹੁੰਦੇ ਨੇ ਪਰਿਵਾਰ ਦੇ ਸੇਵਕ। ਆਪਦੇ ਸਰੀਰ ਨੂੰ ਹੀ ਸਵਾਰੀ ਜਾਣਾ, ਪਾਊਡਰ ਕਰੀਮਾਂ ਸ਼ੀਸ਼ੇ ਅੱਗੇ ਬੈਠੇ ਰਹਿਣਾ, ਦਸਤਾਰ ਹੀ ਕਦੀ ਲਾਹੀ ਜਾਣੀ, ਢਾਈ ਜਾਣੀ, ਕਦੀ ਬੰਨੀ ਜਾਣੀ। ਗੁਰਮਤ ਮਰਿਆਦਾ ਮੁਤਾਬਕ ਇੱਕ ਵਾਰ ਜਿਹੜੀ ਵੱਜ ਗਈ। ਸ਼ੀਸ਼ਾ ਵੇਖਣ ਦੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ, ਇੰਨਾ ਅਭਿਆਸ ਹੋਣਾ ਚਾਹੀਦਾ। ਆਪਾਂ ਕਿਹੜਾ ਵਿਆਹ 'ਤੇ ਜਾਣਾ, ਜੰਜੇ ਜਾਣਾ, ਮਾਫ ਕਰਨਾ, ਆਉਣਾ ਤਾਂ ਗੁਰਦੁਆਰੇ ਹੀ ਹੈ। ਜਿਸ ਤਰ੍ਹਾਂ ਦੀ ਵੱਜ ਗਈ, ਮੱਥਾ ਟੇਕੋ, ਰੱਬ ਦਾ ਨਾਮ ਲਓ। ਤੋ ਇਸ ਵਾਸਤੇ ਜਿੰਨੇ ਘੰਟਾ ਸਰੀਰ ਨੂੰ ਸਵਾਰਨ 'ਤੇ ਲਾਤਾ, ਦੱਸੋ ਕਥਾ ਮੇਰੇ ਵਾਂਗ ਕੀ ਕਰੂਗਾ? ਉਹ ਤਾਂ ਫਿਰ ਲੇਟ ਫੇਟ ਭੱਜ ਕੇ ਪਹੁੰਚੂਗਾ। ਉਹ ਮੈਨੂੰ ਯਾਦ ਹੈ ਵੀ ਰਾਗੀ ਬਲਜੀਤ ਸਿੰਘ ਅਤੇ ਲਹਿਣਾ ਸਿੰਘ, ਇੱਥੇ 7 ਫੇਸ ਗਿੱਲ ਸਾਹਿਬ ਦੀ ਕੋਠੀ ਹੈ, 500 ਕੁਝ ਨੰਬਰ। ਉਹਨੇ ਮਹਾਂਪੁਰਖਾਂ ਦਾ ਕਮਰਾ ਬਣਾਇਆ, ਥੱਲੇ ਸਾਡੇ ਆਸਣ ਸੀਗੇ, ਉਧਰੋਂ 4 ਫੇਸ ਵਾਲੇ ਉਹ ਟੀ ਕਰੀ ਜਾਣ। ਕਾਰ ਖੜ੍ਹੀ ਸੜਕ 'ਤੇ, ਆਸਾ ਦੀ ਵਾਰ ਦਾ ਟਾਈਮ ਹੋਇਆ, ਤੋ ਰਾਗੀ ਅਜੇ ਸ਼ੀਸ਼ੇ ਅੱਗੇ ਖੜ੍ਹੇ ਪੇਚ 'ਤੇ ਪੇਚ ਕੱਢੀ ਜਾਣ। ਦਸਤਾਰ ਸਜਾਉਣੀ ਕੋਈ ਮਾੜੀ ਬਾਤ ਨਹੀਂ। ਮਹਾਂਪੁਰਖ ਆਏ, ਉਹਨਾਂ ਵੇਖਿਆ ਵੀ ਹਾਰਨ ਵੱਜ ਰਿਹਾ ਅਤੇ ਬੰਦੇ ਅਜੇ ਬੈਠੇ ਨਹੀਂ ਵਿੱਚ। ਮੈਨੂੰ ਕਹਿੰਦੇ ਕੀ ਹੋਇਆ, ਜਾਂਦੇ ਨਹੀਂ ਹੋਏ? ਮੈਂ ਕਿਹਾ ਜੀ ਉਹ ਚੁੱਪ ਕਰ ਗਿਆ। ਵੇਖਿਆ, ਕਹਿੰਦੇ ਮੈਂ ਵੇਖਦਾ। ਥੱਲੇ ਆਏ ਆਪ, ਵੇਖਿਆ ਵੀ ਇਹ ਤਾਂ ਸ਼ੀਸ਼ੇ ਅੱਗੇ ਖੜ੍ਹੇ ਨੇ, ਇੱਕ ਦੂਜੇ ਨਾਲ ਲੜ ਰਹੇ। ਉਹ ਕਹਿੰਦਾ ਮੈਂ ਅੱਗੇ ਹੋਣਾ, ਦੂਜਾ ਕਹਿੰਦਾ ਮੈਂ। ਪ੍ਰਬੰਧਕ ਵਿਚਾਰੇ ਉਡੀਕ ਰਹੇ ਨੇ। ਫੜਿਆ ਸ਼ੀਸ਼ਾ, ਮੇਰੇ ਸਾਹਮਣੇ ਦੀ ਗੱਲ ਹੈ, ਮੈਨੂੰ ਪੂਰਾ ਯਾਦ ਹੈ। ਮਾਰਿਆ, ਸੜਕ 'ਤੇ ਵਗਾ ਕੇ ਭੰਨ ਕੇ ਸੁੱਟ ਦਿੱਤਾ। ਆਖਿਆ ਖਬਰਦਾਰ ਜੇ ਸ਼ੀਸ਼ਾ ਵੇਖਿਆ ਅੱਗੇ ਤੋਂ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਕਿਤੇ ਧਿਆਨ ਨਾਲ ਦੇਖਿਓ, ਉਹਨਾਂ ਦੀ ਪੱਗ ਸ਼ੀਸ਼ੇ ਵਾਲੀ ਨਹੀਂ ਹੋਏਗੀ। ਸੰਤ ਕੀ ਅਤੇ ਸ਼ੀਸ਼ਾ ਕੀ ਹੋਇਆ? ਇੱਕ ਹੁੰਦੇ ਪਰਿਵਾਰ ਦੇ ਸੇਵਕ, ਟੱਬਰ ਦੀਆਂ ਬਰਗਰਮਾਂ ਹੀ ਕਰੀ ਜਾਣੀਆਂ ਅਤੇ ਸੰਗਤ ਨੂੰ ਮਾੜਾ ਕਹੀ ਜਾਣਾ। ਆਪਦੇ ਨਿਆਣੇ ਤਾਂ ਭਾਵੇਂ ਸੀਂਡ ਵਗਦਾ ਹੋਵੇ, ਉਹ ਰੁਮਾਲ ਨਾਲ ਪੂੰਝ ਕੇ ਜੇਬ 'ਚ ਪਾ ਲੈਣਾ, ਹੱਥ ਜੂਠੇ ਕਰ ਲੈਣੇ ਅਤੇ ਲੋਕਾਂ ਦੇ ਨਿਆਣਿਆਂ ਨੂੰ ਅੱਖਾਂ ਕੱਢਣੀਆਂ, ਸੰਗਤ ਨੂੰ ਬੁਰਾ ਕਹਿਣਾ, ਮਾਫ ਕਰਨਾ। ਇਹ ਸਭ ਕੁਛ ਹੁੰਦਾ ਹੈ। ਅਤੇ ਇਸ ਵਾਸਤੇ ਸਰੀਰ ਦੇ ਸੇਵਕ ਨਹੀਂ ਬਣਨਾ, ਟੱਬਰ ਦੇ ਸੇਵਕ ਨਹੀਂ ਬਣਨਾ, ਗੁਰੂ ਘਰ ਲਈ ਟਾਈਮ ਕੱਢਣਾ ਹੈ। ਫਿਰ ਨਾਮ ਜਪਣ ਲਈ, ਗੁਰੂ ਘਰ ਦੀ ਸੇਵਾ ਲਈ ਟਾਈਮ ਕਿੱਥੋਂ ਨਿਕਲੂ ਜੇ ਆਪ ਦਾ ਆਪ ਹੀ ਸਭ ਕੁਛ ਸਵਾਰੀ ਗਏ?
ਉਹਨਾਂ ਕੁ ਤਾਂ ਟਾਈਮ ਹੁੰਦਾ। ਤੋ ਨਾਨਕ ਕੰਮ ਨਾ ਆਵਈ, ਜਿਤ ਤਨ ਨਾਹੀ ਸੱਚਾ ਨਾਉ। ਗੁਰੂ ਘਰ ਦੇ ਸੇਵਾਦਾਰ ਬਣਨਾ ਹੈ। ਜਿਹੜਾ ਸਰੀਰ ਗੁਰਦੁਆਰੇ ਦੇ ਕੰਮ ਨਹੀਂ ਆਇਆ, ਕਿਸੇ ਪਰਉਪਕਾਰ ਹਿਤ, ਕਿਸੇ ਗਰੀਬ ਗੁਰਬੇ ਦੇ ਕੰਮ ਨਹੀਂ ਆਇਆ, ਸੇਵਾ ਸਿਮਰਨ ਦੇ ਕੰਮ ਵਿੱਚ ਨਹੀਂ ਆਇਆ, ਪੱਠੇ ਪਾਉਣ ਦੀ ਤਰ੍ਹਾਂ ਤੇ ਖਰਖਰਾਈ ਕਰਦੇ ਰਹੇ, ਘੋੜੇ ਨੂੰ ਥਾਪੜਾ ਹੀ ਦਿੰਦੇ ਰਹੇ, ਕੰਮ ਕਰਾਇਆ ਹੀ ਨਹੀਂ, ਤਾਂ ਫਿਰ ਦੱਸੋ ਉਹਦਾ ਫਾਇਦਾ ਕੀ ਹੋਇਆ। ਧੀਨ ਦੁੱਧ ਤੇ ਬਾਹਰੀ, ਕਿਤੇ ਨਾ ਆਵੇ ਕਾਮ। ਗਾਂ ਨੂੰ ਪੱਠੇ ਪਾਈ ਜਾਓ, ਦੁੱਧ ਚੋਵੋ ਹੀ ਨਾ, ਜਾਂ ਹੋਵੇ ਹੀ ਫੰਡਰ, ਕੀ ਫਾਇਦਾ ਉਸ ਦਾ। ਉਹ ਸਰੀਰ ਤੋਂ ਕੰਮ ਹੀ ਨਹੀਂ ਲਿਆ, ਫਿਰ ਇਹਦਾ ਲਾਭ ਕੀ ਹੈ। ਜਿੰਨਾ ਵੀ ਸੁੱਖ ਰਹਿਣਾ ਬੰਦਾ ਬਣਾ ਲਏਗਾ, ਉਹਨਾਂ ਬਿਮਾਰੀ ਦਾ ਘਰ ਬਣ ਜਾਏਗਾ। ਜਿੰਨਾ ਇਹਦੇ ਕੋਲ ਕੰਮ ਲਏਗਾ ਉਹਨਾਂ ਤੰਦਰੁਸਤ ਰਹੇਗਾ। ਇਸ ਲਈ ਜਿੰਨਾ ਵੀ ਨਾਮ ਜਪਿਆ ਜਾਂਦਾ, ਮਹਾਰਾਜ ਕਹਿੰਦੇ ਦਿਨ ਨਾ ਵੇਖੋ ਰਾਤ ਨਾ ਵੇਖੋ, ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਸ਼ਾ ਪਛਤਾਏ ਹੀਰੇ। ਦਿਨ ਵੀ ਚੜ੍ਹਨਾ ਤੇ ਰਾਤ ਵੀ ਪੈਣੀ ਹੈ, ਇਹ ਸਭ ਕੁਝ ਚੱਲੀ ਜਾਣਾ ਹੈ। तो इस वास्ते सच्चे पातशाह जी का हुक्म है। आसा महला पंजवा, भाई प्राप्त मानक देहुरिया, गोबिंद मिलन किए तेरी बरिया, अवर काज तेरे किते न काम, मिल साध संगत भज केवल नाम। कहते तेरा होर कोई काम नहीं, केवल संगत विच मिल बैठ के वाहिगुरु का भजन कर। पातशाह जी फरमाउंदे ने, नानक काम ना आवई। जदों तेरे विचों निकल गए सवास, ये बनी बनाती 3 मन पक्की दे धड़म करके थले डिग पई। 3.5 मन देहरी चले पानी अन्न, आयो बंदा दुनी विच वत आसोनी बन, मलकल मौत जा आवसी, सब दरवाजे भन, 3 प्यारियां भाइयां अग्गे दिता बन। वेखो बंदा चलिया 4 जनियां दे कन्न। जे आपां बोला बोलांगे कन्न, वो कन्नां दा अर्थ बन जाऊगा। कन्न भारा बोलना, कन्न दा मतलब है कंधियां। 4 बंदियां दे मोढियां ते जाना पऊगा, किसे कम नहीं आउणी ये दे। जिन्ना मर्जी इहनूं कुछ ते खवा खवा के तगड़ी करी जाओ। फिट अवेहा जीविया जित खाए वधाया पेट, नानक सच्चे नाम बिन सबो दुश्मन हेत। तो इस वास्ते वेखो बंदा चलिया 4 जनियां दे कन्न, फरीदा अमल जी कीते धुनी विच, दरगे आए कम। ये शरीर वधाया कम नहीं आउणा, अमल कीते चंगे काम कीते कम आउणे ने। जित तन नाही सच्चा नाम। जे शरीर च परमेश्वर का नाम नहीं है, वो किसी भी काम का नहीं। इन्नी ही कथा प्रमाण करनी जी। सतगुरु महाराज के चरणों में अरदास करिए, सच्चे पातशाह ये गुरबाणी का भाव साढ़े हिरदियों च वसा दें, ताकि असीं भी धारण करके ये लोक सुखीए पर लोक सुहेले नानक हर प्रभ आपे मेले की दात नूं प्राप्त कर सकीए जी।